स्वागत है ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਵਿੱਚ। ਮੈਂ ਹਾਂ ਜਸਲੀਨ ਕਾਲਰਾ। ਅੱਜ ਅਸੀਂ ਗੱਲ ਕਰਾਂਗੇ ਸਿੱਖ ਪ੍ਰੋਫੈਸ਼ਨਲਸ ਕਨਵੈਨਸ਼ਨ 2018 ਦੀ। ਨਾਸਮਡਾ ਯਾਨੀ ਕਿ ਨਾਰਥ ਅਮਰੀਕਨ ਸਿੱਖ ਮੈਡੀਕਲ ਐਂਡ ਡੈਂਟਲ ਐਸੋਸੀਏਸ਼ਨ ਵੱਲੋਂ ਟੋਰਾਂਟੋ ਦੇ ਵਿੱਚ ਪਹਿਲੀ ਸਿੱਖ ਪ੍ਰੋਫੈਸ਼ਨਲਸ ਕਨਵੈਨਸ਼ਨ 2018 ਆਰਗੇਨਾਈਜ਼ ਕੀਤੀ ਗਈ। 4 ਦਿਨਾਂ ਤੱਕ ਚੱਲੀ ਇਸ ਕਨਵੈਨਸ਼ਨ ਦੇ ਵਿੱਚ ਕੀ ਰਿਹਾ ਖਾਸ ਅਤੇ ਕੀ ਹੈ ਇਸ ਕਨਵੈਨਸ਼ਨ ਦਾ ਮੁੱਖ ਏਜੰਡਾ, ਇਸੇ ਤੇ ਆਧਾਰਿਤ ਹੈ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਨਾਰਥ ਅਮਰੀਕਨ ਸਿੱਖ ਮੈਡੀਕਲ ਐਂਡ ਡੈਂਟਲ ਐਸੋਸੀਏਸ਼ਨ ਵੱਲੋਂ ਟੋਰਾਂਟੋ ਦੇ ਵਿੱਚ 26th ਸਿੱਖ ਪ੍ਰੋਫੈਸ਼ਨਲ ਕਨਵੈਨਸ਼ਨ ਰੱਖੀ ਗਈ। ਇਸ ਕਨਵੈਨਸ਼ਨ ਦੇ ਵਿੱਚ ਦੁਨੀਆ ਭਰ ਵਿੱਚੋਂ ਵੱਖ-ਵੱਖ ਮੰਨੀਆਂ ਪ੍ਰਮੰਨੀਆਂ ਸਿੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਕਨਵੈਨਸ਼ਨ ਦਾ ਮੁੱਖ ਏਜੰਡਾ ਰਿਹਾ ਵੱਖ-ਵੱਖ ਕਮਿਊਨਿਟੀ ਲੀਡਰਸ ਨੂੰ ਇੱਕੋ ਹੀ ਮੰਚ ਉੱਤੇ ਇਕੱਠਾ ਕਰਕੇ ਇੱਕ ਸਿੱਖ ਪ੍ਰੋਫੈਸ਼ਨਲਸ ਨੈਟਵਰਕ ਨੂੰ ਡਿਵੈਲਪ ਕਰਨਾ। ਪੇਸ਼ ਹੈ ਇੱਕ ਖਾਸ ਰਿਪੋਰਟ। ਨਾਰਥ ਅਮਰੀਕਨ ਸਿੱਖ ਮੈਡੀਕਲ ਐਂਡ ਡੈਂਟਲ ਐਸੋਸੀਏਸ਼ਨ ਦੇ ਨਾਲ ਮਿਲ ਕੇ ਟੋਰਾਂਟੋ ਦੇ ਵਿੱਚ 26th ਐਨੂਅਲ ਸਿੱਖ ਪ੍ਰੋਫੈਸ਼ਨਲਸ ਕਨਵੈਨਸ਼ਨ ਆਯੋਜਿਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਦੇਸ਼ਾਂ ਵਿੱਚੋਂ ਸਿੱਖ ਲੀਡਰਸ ਨੇ ਸ਼ਿਰਕਤ ਕੀਤੀ। ਇਹਨਾਂ ਲੀਡਰਸ ਵਿੱਚ ਲਾਇਰਸ, ਐਂਟਰਪ੍ਰੈਨਿਓਰਸ, ਇੰਜੀਨੀਅਰਸ ਅਤੇ ਪੋਲੀਟੀਸ਼ੀਅਨਸ ਸ਼ਾਮਿਲ ਸਨ। I think ਇਸ ਕਨਵੈਨਸ਼ਨ ਵਿੱਚ ਇਹ ਹੈ ਕਿ ਸਾਡੀ ਕਮਿਊਨਿਟੀ ਦੀ ਜਦੋਂ ਗੈਦਰਿੰਗ ਆਉਂਦੀ ਹੈ ਇਟ ਇਜ਼ ਮੋਸਟਲੀ ਰਿਲੀਜੀਅਸ ਗੈਦਰਿੰਗ ਜਾਂ ਸਪਿਰਿਚੁਅਲ ਗੈਦਰਿੰਗ, ਪਰ ਐਜ਼ ਪ੍ਰੋਫੈਸ਼ਨਲਸ ਵੀ ਹੈਵ ਨਾਟ ਕਮ ਟੂਗੈਦਰ ਐਂਡ ਵੀ ਡੋਂਟ ਇਵਨ ਨੋ ਕਿ ਸਾਡੀ ਕਮਿਊਨਿਟੀ ਵਿੱਚ ਕੌਣ ਹੈ ਪ੍ਰੋਫੈਸ਼ਨਲ ਏਰੀਆ ਵਿੱਚ, ਆਰਟਸ ਵਿੱਚ, ਐਜੂਕੇਸ਼ਨ ਵਿੱਚ, ਐਂਟਰਪ੍ਰੈਨਿਓਰਸ਼ਿਪ ਵਿੱਚ। So creating a forum for people in different walks of life to come together as professionals is a very innovative and new idea. That is what this convention is about. ਇੱਦਾਂ ਦੇ ਜਿਹੜੇ ਇੰਟਰਨੈਸ਼ਨਲ ਇਵੈਂਟਸ ਹੈ ਐਂਡ ਬੰਦੇ ਸਾਰੇ ਵੋਲੰਟੀਅਰ ਕਰਕੇ ਆਏ ਆ, there's a like-minded people ਜਿਨ੍ਹਾਂ ਦਾ ਏਜੰਡਾ ਹੈਗਾ ਕਿ just to improve the way we connect with each other. So for me, UK ਤੋਂ ਆ ਕੇ ਇੱਥੇ participate ਕਰਨਾ has been actually really important. It's a good event. ਪਰ ਜਿਹੜੀ ਗੱਲ ਆਪਾਂ ਹੁਣ ਦੇਖ ਰਹੇ ਹਾਂ ਕਿ ਜਿਹੜਾ ਸਿੱਖ ਪੰਥ 5th largest religious group, ਪਰ ਸਾਡੀ ਜਿਹੜੀ ਪਹਿਚਾਣ ਹੈ the threats that we face from external sources, ਜਿੱਦਾਂ ਤੁਸੀਂ I've talked a little bit about travel bans, ਦਸਤਾਰ ਦੇ ਉੱਤੇ suspicion because of security reasons, the education framework, ਸਾਡੀ knowledge of our own heritage, ਇਹ ਜਿਹੜੀਆਂ challenges ਹੈਗੀਆਂ ਆ they're for everybody, any Sikh living anywhere, ਪਰ ਇਹਨਾਂ ਦੀ solution has to be done through an organized manner, otherwise we will just fragment. Nobody wants to be the foot soldier, and everybody wants to be the leader. Sare share. So these are things that don't, there have to be foot soldier, there have to be pure institutions. So bringing focus and emphasis, and I think I listed a number of constituencies and pick one organization that goes after it. There should be one organization that does education and leadership, one organization that does community outreach and education to the broader non-Sikh community, and so on. Fortunately, we were lucky. We did manage to get a change in legislation, which is why you have lots of scanners at airports in Europe now, and you don't just have a handheld search and people say, okay, take the turban off. We have rogues, but the legislation is there to protect. ਜ਼ਿਕਰਯੋਗ ਹੈ ਕਿ ਇਹ ਕਨਵੈਨਸ਼ਨ ਟੋਰਾਂਟੋ ਦੇ ਵਿੱਚ ਪਹਿਲੀ ਵਾਰ ਰੱਖੀ ਗਈ ਸੀ। ਇਸ ਦਾ ਮਕਸਦ ਸੀ ਸਿੱਖ ਕਮਿਊਨਿਟੀ ਦੇ ਲੋਕਾਂ ਨੂੰ ਇੱਕ ਅਜਿਹਾ ਮੌਕਾ ਦੇਣਾ ਜਿਸ ਰਾਹੀਂ ਉਹ ਇੱਕ ਦੂਜੇ ਦੇ ਨਾਲ ਮਿਲ ਸਕਣ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਵੀਆਂ ਸਿੱਖ ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਖੋਲ੍ਹੀਆਂ ਜਾਣ ਅਤੇ ਇੱਕ ਵੱਡਾ ਸਿੱਖ ਨੈਟਵਰਕ ਬਣਾਇਆ ਜਾਵੇ। ਇਸ ਕਨਵੈਨਸ਼ਨ ਦੇ ਵਿੱਚ ਵੱਖ-ਵੱਖ ਇਨਫੋਰਮੇਸ਼ਨ ਸੈਸ਼ਨ ਵੀ ਰੱਖੇ ਗਏ, ਜਿਸ ਵਿੱਚ ਕਮਿਊਨਿਟੀ ਨਾਲ ਸੰਬੰਧਿਤ ਮੁੱਦਿਆਂ ਉੱਤੇ ਵੀ ਖਾਸ ਤੌਰ ਤੇ ਚਰਚਾ ਕੀਤੀ ਗਈ। ਇਸ ਮੌਕੇ ਲਾਇਰਸ, ਇੰਜੀਨੀਅਰਸ, ਐਂਟਰਪ੍ਰੈਨਿਓਰਸ, ਪੋਲੀਟੀਸ਼ੀਅਨਸ ਅਤੇ ਕਈ ਹੋਰ ਪ੍ਰੋਫੈਸ਼ਨਲਸ ਨੇ ਲਗਭਗ 350 ਲੋਕਾਂ ਨੇ ਸ਼ਿਰਕਤ ਕੀਤੀ। ਸਿੱਖ ਪ੍ਰੋਫੈਸ਼ਨਲਸ ਕਨਵੈਨਸ਼ਨ ਦੇ ਵਿੱਚ ਆਰਟਿਸਟ ਰੂਪੀ ਕੌਰ, ਨਿਊ ਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ, ਹੋਬੋਕਨ ਮੇਅਰ ਰਵਿੰਦਰ ਸਿੰਘ ਪਾਲਾ ਸਣੇ ਕਈ ਸਿੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। 4 ਦਿਨ ਚੱਲੀ ਇਸ ਕਨਵੈਨਸ਼ਨ ਦੇ ਵਿੱਚ ਜਿਹੜੇ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ ਉਹ ਸਨ ਹੈਲਥ ਐਂਡ ਵੈਲਨੈਸ, ਬਿਜ਼ਨਸ ਐਂਡ ਐਂਟਰਪ੍ਰੈਨਿਓਰਸ਼ਿਪ, ਸਿੱਖੀ ਐਜੂਕੇਸ਼ਨ ਐਂਡ ਅਵੇਅਰਨੈਸ, ਕੰਟੀਨਮ ਐਨਾਲਿਟਿਕਸ, ਡਾਇਵਰਸਿਟੀ ਐਂਡ ਇਨਕਲੂਜਨ, ਸਿਵਿਕ ਇੰਗੇਜਮੈਂਟ ਐਂਡ ਪੋਲਿਟਿਕਸ। ਸਭ ਤੋਂ ਵੱਡੀ ਜਿਹੜਾ ਮੇਰਾ ਐਕਸਪੀਰੀਅੰਸ ਇੱਥੇ ਹੋਇਆ ਕਿ ਸਾਡੇ ਕਮਿਊਨਿਟੀ 'ਚ ਕਿੰਨੀ ਲੋਕਾਂ ਨੇ ਅਚੀਵਮੈਂਟ ਕੀਤੀ ਹੈ ਐਂਡ ਨੋਬਡੀ ਨੋਜ਼ the people who have accomplished. ਤੇ ਸਾਨੂੰ ਆਪਸ ਵਿੱਚ ਮਿਲਣਾ ਬਹੁਤ ਜ਼ਰੂਰੀ ਹੈ ਟੂ ਫਾਈਂਡ ਆਊਟ ਕਿ ਅਸੀਂ ਡਿਫਰੈਂਟ ਵਾਕਸ ਆਫ ਲਾਈਫ ਵਿੱਚ ਕਿਤਨੀ ਅਕਾਂਪਲਿਸ਼ਮੈਂਟਸ ਕਰ ਰਹੇ ਹਾਂ, ਉਹਨਾਂ ਨੂੰ ਇਕੱਠਾ ਕਰਕੇ ਕਮਿਊਨਿਟੀ ਵਾਸਤੇ ਕਿਸ ਤਰ੍ਹਾਂ ਅਸੀਂ
ਕਰ ਸਕਦੇ ਹਾਂ। ਇਹ ਲੋੜ ਤਾਂ ਹੈਗੀ ਹੈ ਕਿਉਂਕਿ there are enough of us and there are enough people doing really good work, but ਜੇ ਤੁਸੀਂ ਇਕੱਠੇ ਹੋ ਕੇ ਤੁਸੀਂ you're working within a framework, you get more impact. ਤੇ ਜਿਹੜੀਆਂ ਸਾਡੀ ਐਕਸਟਰਨਲ ਇੰਗੇਜਮੈਂਟ ਹੈ ਨਾ ਸਿੱਖਾਂ ਦੀ, ਜੇ ਤੁਸੀਂ if you want to lobby for something at a governmental level, ਚਾਹੇ ਤੁਸੀਂ ਐਜੂਕੇਸ਼ਨ ਦਾ ਕਰ ਰਹੇ ਹੋ, ਤੁਸੀਂ ਚੈਰਿਟੀ ਦਾ ਕਰ ਰਹੇ ਹੋ, ਅੱਜ we have really good organizations, ਤੁਸੀਂ ਸਿੱਕਰੀ ਦੇਖ ਲਓ, ਰਵੀ ਖਾਲਸਾ ਦਾ ਖਾਲਸਾ ਏਡ ਦੇਖ ਲਓ, you look at Sikhs for Justice, there are a lot of groups that are doing really good work. ਉਹਦੀ ਸਕੇਲ ਵਧਾਉਣ ਲਈ and to put them into a framework, ਕਿਉਂਕਿ connectedness ਜਿਹੜੀ ਹੈਗੀ ਹੈ ਕਿ ਤੁਸੀਂ you don't have to start from scratch. There are organizations, how do you make them stronger? And there's a role for everyone. So ਇੱਦਾਂ ਦੇ ਜਿਹੜੇ groups ਸਾਡੇ ਹੁਣ ਇਕੱਠੇ ਹੋਣ ਲੱਗੇ ਆ, like-minded people, grow the franchise. That's what we're doing. ਕਿ you should have enough framework ਜੇ ਬੱਚਿਆਂ ਨੂੰ mentoring ਚਾਹੀਦੀ ਹੈ, vocational skills ਚਾਹੀਦੀਆਂ ਆ. In my case, I'm a woman. I'm a mother, a wife, a daughter-in-law, and you want to play that role fully. So jo tusi khade ho ke stage te gal karde a, young children get inspired. They want to know, well, if I'm a working mother with a 1-year-old child, how did you cope when you were at that stage? How do you get to your space in your career? So kinne aspects and as a Sikh community, so there is a religious side to this, but there is a community side to it, that how do we strengthen our youth, how do we look after our elderly, how do we make sure that young mothers don't fall by the wayside, young children don't start to go away from the start. So many aspects, and if you do that collectively, institutional corporate identity has an importance. Sorry, ਮੈਂ ਇੰਗਲਿਸ਼ ਵਿੱਚ ਜ਼ਿਆਦਾ ਹੋ ਗਈ, ਬਟ ਤੁਸੀਂ ਜੇ ਪੰਜਾਬੀਅਤ ਵਿੱਚ ਦੇਖੋ ਨਾ, ਸਾਨੂੰ ਸੰਗਤ ਤਾਂ ਮਤਲਬ ਮਹਾਰਾਜ ਨੇ ਕਿਹਾ ਆ ਕਿ ਤੁਸੀਂ ਸਿੱਖੀ ਪ੍ਰੈਕਟਿਸ ਕਰਦੇ, ਤੁਹਾਡੀ ਆਪਣੀ ਜਿਹੜੀ ਦਿਲ ਦੀ ਤੁਹਾਡੀ ਹੈਗੀ ਹੈ ਰਿਲੇਸ਼ਨਸ਼ਿਪ ਵਿਦ ਯੋਰ ਕ੍ਰੀਏਟਰ, that's yours. ਪਰ ਤੁਸੀਂ ਸੰਗਤ ਵਿੱਚ ਬੈਠ ਕੇ with like-minded people, you achieve a lot more, and that I think is the doctrine here. Absolutely, I do agree with you, and ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੇ ਕਿ ਪਰਮਜੀਤ ਜੀ was one of the speaker in the information session ਜਿਹੜਾ business and entrepreneurship ਦੇ ਉੱਤੇ ਰੱਖਿਆ ਗਿਆ ਸੀ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ what as per your experience, ਥੋੜਾ ਜਿਹਾ ਦੱਸੋ, what do you feel being a member of a Sikh community? Wherever I go, because I am the global head of indirect tax for a very large company in many, many countries. And when I go there, people kind of take a second look, partly because Pella, you're a woman, you're brown, you're able to speak for yourself. I think the ambassadorial capacity of that a Sikh woman can do this, create some value. The fact that I've been able to do it, I think we live in an age where if you work hard and you keep your ideals strong and you work within discipline, which are all Sikhi values, you're a walking example of Sikhi value, and then that becomes a bit of a brand that people recognize that yes, the Sikh community does have talent, and that individual enterprise can grow to a point where it becomes something bigger than that. ਇਹ ਜਿਹੜੀ ਇਵੈਂਟ ਆਰਗੇਨਾਈਜ਼ ਕੀਤੀ ਗਈ ਆ, ਇਹਦਾ ਐਕਚੁਅਲੀ ਫਾਊਂਡੇਸ਼ਨ ਸੀਗਾ NASMEDA, ਨਾਰਥ ਅਮਰੀਕਨ ਮੈਡੀਕਲ ਡਾਕਟਰਸ ਐਂਡ ਡੈਂਟਿਸਟ ਐਸੋਸੀਏਸ਼ਨ। ਇਹ ਇੱਕ ਸੰਸਥਾ ਅਮਰੀਕਾ ਦੇ ਵਿੱਚ 26-27 ਸਾਲ ਪਹਿਲਾਂ ਬਣਾਈ ਗਈ ਸੀਗੀ ਕਿ ਜਿਹੜੇ ਪ੍ਰੋਫੈਸ਼ਨਲਸ ਡਾਕਟਰਸ ਆ ਉਹ ਹਰ ਸਾਲ ਆ ਕੇ ਆਪਦੀ ਕਾਨਫਰੰਸ ਕਨਵੈਨਸ਼ਨ ਕਰ ਸਕਦੇ, ਜਿੱਥੇ ਮੈਡੀਕਲ ਗੱਲਾਂ ਵੀ ਕਰ ਸਕਣ, ਪਰ ਜਿਹੜੇ ਪੰਥਕ ਮਸਲੇ ਉਹਦੇ ਬਾਰੇ ਵੀ ਵਿਚਾਰ ਕਰ ਸਕਣ। ਸੋ ਜੋ ਉਹ ਕਮਿਊਨਿਟੀ ਅਤੇ ਆਰਗੇਨਾਈਜੇਸ਼ਨ ਵੱਧਦੀ ਗਈ ਆ, ਨੈਕਸਟ ਜਨਰੇਸ਼ਨ ਆ ਗਈ ਆ, ਅਤੇ ਉਹਨਾਂ ਦੇ ਗਾਂਹ ਬੱਚੇ ਹੋਰ ਪ੍ਰੋਫੈਸ਼ਨ 'ਚ ਪੈ ਗਏ ਸੀਗੇ। ਇਹਨਾਂ ਨੇ ਵੀ ਸਲਾਹ ਲਈ ਸੀਗੀ ਕਿ ਕਿਉਂ ਨਾ ਇਹ ਜਿਹੜੀ ਸਾਡਾ ਇੱਕ ਗਰੁੱਪ ਆ, ਇਹ ਜਿਹੜੀ ਸਾਡੀ ਆਰਗੇਨਾਈਜੇਸ਼ਨ ਸਾਡਾ ਇਵੈਂਟ ਆ, ਕਿਉਂ ਨਾ ਖੋਲੀਏ ਕਿ ਸਾਰੇ ਪ੍ਰੋਫੈਸ਼ਨਲਸ ਵਾਸਤੇ ਇਹ ਇੱਕ ਇਵੈਂਟ ਕਰੀਏ ਕਿ ਬੜਾ ਡਿਜ਼ਾਇਰ ਸਾਡੇ ਕਮਿਊਨਿਟੀ 'ਚ ਜਿਹੜੇ ਨੈਕਸਟ ਜਨਰੇਸ਼ਨ ਇੱਥੇ ਦੇ ਜੰਪ ਵਾਲਾ, ਕਿ ਇੱਕ ਇਹ ਜਿਹਾ ਕੋਈ ਨੈਟਵਰਕ ਬਣ ਜਾਵੇ ਜਿੱਥੇ ਅਸੀਂ ਹਰ ਸ਼ਹਿਰ ਦੇ ਵਿੱਚ ਸਿੱਖਾਂ ਪ੍ਰੋਫੈਸ਼ਨਲ ਨਾਲ ਸਾਡਾ ਲਿੰਕ ਬਣ ਸਕੇ, ਅਸੀਂ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰ ਸਕਣ, ਅਤੇ ਜਿਹੜੇ ਕੋਈ ਪੰਥਕ ਮਸਲੇ ਆ ਜਾਂ ਕੋਈ ਓਪਰਚੁਨਿਟੀਜ਼ ਕਮਿਊਨਿਟੀ ਦੇ ਵਿੱਚ ਅਸੀਂ ਰਲ ਮਿਲ ਕੇ ਉਹਦਾ ਕੋਈ ਹੱਲ ਕਰ ਸਕੀਏ ਜੀ। ਕੁਲਵੀਰ ਜੀ, ਜਿਸ ਤਰ੍ਹਾਂ ਅਸੀਂ ਆਈ ਥਿੰਕ ਹਰ ਹਫਤੇ ਅਸੀਂ ਦੇਖਦੇ ਹਾਂ ਕੋਈ ਨਾ ਕੋਈ ਇਵੈਂਟ ਕਮਿਊਨਿਟੀ ਦੇ ਰਿਲੇਟਡ ਆਰਗੇਨਾਈਜ਼ ਕੀਤਾ ਜਾਂਦਾ ਹੈ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੰਗੇਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਲੇਕਿਨ ਵਟ ਯੂ ਥਿੰਕ what is why there's a need of organizing international events? Well, I think if we think about our Sikh community now, Sikh diaspora, Guru Nanak Naam Leva kithe duniya ch pahunch chuki hai. So if you think 100 years ago our entire population was concentrated in South Asia and primarily Punjab,
ਪਰ ਹੁਣ ਦੇਖੋ ਹਰ ਕੰਟਰੀ ਦੇ ਵਿੱਚ ਸਿੱਖ ਪਾਪੂਲੇਸ਼ਨ ਹੈਗੀ ਆ ਤੇ ਉਹਨਾਂ ਦੇ ਜਿਹੜੇ ਚੈਲੰਜਸ ਓਪਰਚੁਨਿਟੀਜ਼ ਕਈ ਲੋਕਲਾਈਜ਼ਡ ਵੀ ਹੈਗੀ ਆ ਪਰ ਉਹ 'ਚ ਕਲੈਕਟਿਵ ਵੀ ਹੈਗੀ ਆ ਤੇ ਸਾਨੂੰ ਇਹ ਵੀ ਸੋਚਣ ਦੀ ਲੋੜ ਕਿ ਅਸੀਂ ਹੁਣ ਕਲੈਕਟਿਵਲੀ 25-30 ਮਿਲੀਅਨ ਸਿੱਖ ਆ ਸਾਡੀ ਇੱਕ ਬੁਲੰਦ ਆਵਾਜ਼ ਕਿਵੇਂ ਅਸੀਂ ਇਕੱਠ ਕਰ ਸਕੀਏ ਜਿਹੜੇ ਸਾਡੇ ਵਿਚਾਰ ਕਰਨ ਦੀ ਲੋੜ ਹੈ ਰਹਿਤ ਦੇ ਉੱਤੇ ਪੰਥਕ ਮਸਲੇ ਦੇ ਉੱਤੇ ਉਹਦੇ ਵਾਸਤੇ ਕੋਈ ਫੋਰਮਸ ਚਾਹੀਦੇ ਕੋਈ ਸਪੇਸਿਸ ਚਾਹੀਦੇ ਕਰਨ ਵਾਸਤੇ ਜਿਵੇਂ ਯੂਨਾਈਟਿਡ ਨੇਸ਼ਨਸ ਵੱਖ-ਵੱਖ ਮੁਲਕ ਆ ਉਹਨਾਂ ਦੀ ਆਪਦੀ ਪੋਲੀਟਿਕਸ ਆ ਉਹਨਾਂ ਦੀ ਆਪਦੀ ਸਿਆਸਤ ਚੱਲਦੀ ਆ ਪਰ ਉਹ ਇਕੱਠੇ ਬਹਿ ਕੇ ਜਿਹੜੀ ਗਲੋਬਲ ਇਸ਼ੂਜ਼ ਆ ਹਿਊਮੈਨਿਟੀ ਦੇ ਇਸ਼ੂਜ਼ ਆ ਉਹ ਇਕੱਠੇ ਬਹਿ ਕੇ ਉਹਦੇ ਵਿਚਾਰ ਕਰਦੇ ਆ ਤੇ ਅਫਸੋਸ ਦੀ ਗੱਲ ਹੈ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਜਿਹੜੀ ਇਸ ਢੰਗ ਦੀ ਸੰਸਥਾਵਾਂ ਦਾ ਰੋਲ ਲੈਣਾ ਚਾਹੀਦਾ ਸੀਗਾ ਉਹ ਨਹੀਂ ਕਰ ਰਹੇ ਸੋ ਸਾਨੂੰ ਹੁਣ ਆਪ ਤੇ ਉਹਦੀ ਜ਼ਿੰਮੇਵਾਰੀ ਲੈਣੀ ਪੈ ਰਹੀ ਹੈ ਕਿ ਕਿਵੇਂ ਇੱਕ ਦੂਜੇ ਨਾਲ ਕਨੈਕਸ਼ਨ ਬਣਾ ਸਕੀਏ ਅੱਜ ਜਿਹੜੇ ਪ੍ਰੀਵੀਅਸ ਸਪੀਕਰ ਸੀ ਇੰਗਲੈਂਡ ਤੋਂ ਆਏ ਸੀਗੇ ਅਮਰੀਕਾ ਤੋਂ ਆਏ ਸੀਗੇ ਵੱਖ-ਵੱਖ ਕੰਟਰੀਆਂ ਤੋਂ ਆ ਰਹੇ ਆ ਤੇ ਸਾਨੂੰ ਇੱਕ ਆਰਗੈਨਿਕਲੀ ਬੜੇ ਕਨੈਕਸ਼ਨਸ ਦੀ ਲੋੜ ਆ ਕਿ ਇੱਕ ਦੂਜੇ ਨਾਲ ਰਲ ਮਿਲ ਕੇ ਅਸੀਂ ਇਹ ਕੰਮ ਕਰ ਸਕਦੇ ਜੀ ਇਸ ਮੌਕੇ ਆਰਟਿਸਟ ਕੰਵਰ ਸਿੰਘ ਵੱਲੋਂ ਸਿੱਖ ਇਤਿਹਾਸ ਨੂੰ ਦਰਸਾਉਣ ਦੀ ਆਰਟ ਐਗਜ਼ੀਬਿਸ਼ਨ ਵੀ ਲਗਾਈ ਗਈ ਸੀ It's been a real honor because it's such a professional environment and it's such an amazing opportunity to network with so many people at the top of their field. So, you know, it's been a wonderful time. I do a lot of research and I also talk to scholars who know a lot more than I do. So I make a point of trying to get my pieces as accurate as possible, both from a historical point of view, but also from the point of view of you know what is the spiritual message. So there's a balance that I have to strike between the two. This painting is a painting of Guru Har Gobind Sahib. And this painting is also about his major contribution to Sikhi was the building of the Akal Takht. And the Akal Takht is about the sovereignty of Sikh people. And it represents the fact that it's as a sovereign people, we've often faced attacks from Mughals and Afghans throughout history. But at the same time, it's part of our heritage. Oh, okay. Last year, as part of Art of Punjab, I was able to undertake a really special project. I was approached by Sangat from Guru Manio Granth Gurudwara in Slough, UK. And they wanted to dedicate a massive 7,000 square foot space to a permanent Sikh art gallery. So outside of India, it is the first permanent Sikh art gallery. And the whole thing uses about 40 of my paintings to tell the story of Sikhism from Guru Nanak Dev Ji all the way down to the establishment of Guru Granth Sahib as our 11th and final Guru. And one of the most brilliant things about it is we created this display and we made it massive, like a big wall right at the back. And what it's doing, it is telling the story of the Sikh Gurus and Sikhism from the starting of Guru Nanak Dev Ji all the way up to the year 2000. ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਹੈ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਗੱਲ ਚੱਲ ਰਹੀ ਹੈ ਟੋਰਾਂਟੋ ਦੇ ਵਿੱਚ ਆਰਗੇਨਾਈਜ਼ ਕੀਤੀ ਗਈ ਸਿੱਖ ਪ੍ਰੋਫੈਸ਼ਨਲ ਨੈਟਵਰਕ ਦੀ ਇਸ ਕਨਵੈਨਸ਼ਨ ਦਾ ਹਿੱਸਾ ਬਣੇ ਮੁੱਖ ਲੀਡਰਸ ਵੱਲੋਂ ਬੀਤੇ ਦਿਨੀ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਸੇਵਾ ਫੂਡ ਬੈਂਕ ਆਰਗੇਨਾਈਜੇਸ਼ਨ ਅਤੇ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦਾ ਦੌਰਾ ਕੀਤਾ ਗਿਆ ਇਸ ਦੌਰੇ ਦਾ ਮੁੱਖ ਮਕਸਦ ਸੀ ਫਿਊਚਰ ਜਨਰੇਸ਼ਨ ਲਈ ਇੱਕ ਵੱਡਾ ਪ੍ਰੋਫੈਸ਼ਨਲ ਨੈਟਵਰਕ ਬਣਾਉਣਾ ਟੋਰਾਂਟੋ ਵਿੱਚ ਸਿੱਖ ਪ੍ਰੋਫੈਸ਼ਨਲ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਨਾਰਥ ਅਮਰੀਕਾ ਤੋਂ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਸਿੱਖ ਇੱਕ ਮੰਚ ਤੇ ਇਕੱਠੇ ਹੋ ਰਹੇ ਨੇ ਤੇ ਨਾਲ ਹੀ ਸਿੱਖ ਪ੍ਰੋਫੈਸ਼ਨਲ ਨੈਟਵਰਕ ਨੂੰ ਡਿਵੈਲਪ ਕਰਨ ਤੇ ਜ਼ੋਰ ਦੇਣਗੇ ਆ ਵੀਕਐਂਡ ਨਾਰਥ ਅਮਰੀਕਨ ਮੈਡੀਕਲ ਡਾਕਟਰ ਤੇ ਡੈਂਟਿਸਟ ਐਸੋਸੀਏਸ਼ਨ NASMDA ਦਾ ਐਨੂਅਲ ਗੈਦਰਿੰਗ ਹੋ ਰਿਹਾ ਉਹਨਾਂ ਨੂੰ 26 ਸਾਲ ਹੋ ਗਏ ਇਹ ਸੰਸਥਾ ਚਲਾਉਂਦੇ ਨੂੰ ਉਸ ਦੇ ਨਾਲ ਉਹਨਾਂ ਨੇ ਇੱਕ ਸਿੱਖ ਪ੍ਰੋਫੈਸ਼ਨਲਸ ਕਨਵੈਨਸ਼ਨ ਵੀ ਤਿਆਰ ਕੀਤੀ ਆ ਜਿਸ ਦੇ ਵਿੱਚ ਤਕਰੀਬਨ 200 ਤੋਂ ਵੱਧ ਵਿਅਕਤੀ ਸਾਰੇ ਨਾਰਥ ਅਮਰੀਕਾ ਤੋਂ ਇੱਥੇ ਟੋਰਾਂਟੋ ਪੁੱਜੇ ਸਿੱਖ ਕਹਿ ਲਓ ਕਿ ਪ੍ਰੋਫੈਸ਼ਨਲਸ ਆਫ ਐਵਰੀ ਫੀਲਡ ਇੱਥੇ ਪਹੁੰਚੇ ਆ ਅਤੇ ਉਹਨਾਂ ਦਾ ਡਾਊਨਟਾਊਨ ਰੋਇਲ ਯਾਰਕ ਹੋਟਲ ਦੇ ਵਿੱਚ 2 ਦਿਨ ਦਾ ਫੰਕਸ਼ਨ ਚੱਲ ਰਿਹਾ ਪਰ ਉਸ ਦੇ ਵਿੱਚ ਉਹਨਾਂ ਨੇ ਅੱਜ ਹਟ ਕੇ ਜਿਹੜੇ ਸਾਡੇ
ਸਾਡੇ ਇੱਥੇ ਮਿਸਿਸਾਗਾ ਅਤੇ ਟੋਰਾਂਟੋ ਦੇ ਵਿੱਚ ਕਮਿਊਨਿਟੀ ਸੰਸਥਾਵਾਂ ਵਾ ਸੇਵਾ ਫੂਡ ਬੈਂਕ ਸਿੱਖ ਕੈਨੇਡਾ ਹੈਰੀਟੇਜ ਮਿਊਜ਼ੀਅਮ ਤੇ ਨਾਲੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਅੱਜ ਉਹਨਾਂ ਦਾ ਟੂਰ ਕਰ ਰਹੇ ਆ ਉਹ ਵੀ ਆਪਦੇ ਖੁਦ ਆਪਦੇ ਅੱਖਾਂ ਨਾਲ ਦੇਖ ਸਕਦੇ ਕਿ ਇਸ ਕਮਿਊਨਿਟੀ ਦੇ ਵਿੱਚ ਕੀ ਸੰਸਥਾਵਾਂ ਬਣੀਆਂ ਜਿਹੜੀ ਕਮਿਊਨਿਟੀ ਦੀ ਸੇਵਾ ਕਰ ਰਹੀਆਂ ਜੀ ਸਿੱਖ ਪ੍ਰੋਫੈਸ਼ਨਲ ਨੈਟਵਰਕ ਦੇ ਮੈਂਬਰਾਂ ਨੇ ਇਸ ਮੌਕੇ ਸੇਵਾ ਫੂਡ ਬੈਂਕ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦਾ ਦੌਰਾ ਕੀਤਾ ਤੇ ਨਾਲ ਹੀ ਮਾਲਟਨ ਗੁਰਦੁਆਰੇ ਵਿੱਚ ਹਾਜ਼ਰੀ ਭਰੀ ਆਲਵੇਜ਼ ਟੂ ਥਿੰਕ ਔਨ ਦਾ ਪੋਜ਼ਿਟਿਵ ਸਾਈਡ ਹੈ ਕੰਮ ਕਰਦੇ ਰਹਿਣਾ ਚਾਹੀਦਾ ਹੈ ਹੋਰ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਨੇ ਇਸ ਕੰਟਰੀ 'ਚ ਜਾਂ ਬਾਕੀ ਕੰਟਰੀਜ਼ ਵਿੱਚ ਵੀ ਉਹਨਾਂ ਨੂੰ ਇੱਥੇ ਦੀ ਟੈਂਪਲੇਟ ਲੈ ਕੇ ਐਗਜ਼ਾਮਪਲ ਲੈ ਕੇ ਸਟਾਰਟ ਡੂਇੰਗ ਇਟ ਇਨ ਯਰ ਓਨ ਕਮਿਊਨਿਟੀ ਸਾਂਝ ਸੂਰਤ ਸਿੱਖਿਆ ਸਰਮਾਇਆ ਦੇ ਮੰਤਵ ਨਾਲ ਆਯੋਜਿਤ ਸਿੱਖ ਪ੍ਰੋਫੈਸ਼ਨਲ ਕਨਵੈਨਸ਼ਨ ਵਿੱਚ ਨਾਰਥ ਅਮਰੀਕਾ ਦੀ ਸਿੱਖ ਕਮਿਊਨਿਟੀ ਲਈ ਇੱਕ ਮਹੱਤਵਪੂਰਨ ਸੰਸਥਾ ਤਿਆਰ ਕਰਨ ਲਈ ਕੰਮ ਕੀਤਾ ਜਾ ਸਕੇਗਾ ਸਿੱਖ ਪ੍ਰੋਫੈਸ਼ਨਲਸ ਕਨਵੈਨਸ਼ਨ ਦੇ ਵਿੱਚ ਵੱਖ-ਵੱਖ ਸਿੱਖ ਆਰਗੇਨਾਈਜੇਸ਼ਨਸ ਨੂੰ ਮੌਕਾ ਮਿਲਿਆ ਕਮਿਊਨਿਟੀ ਦੇ ਨਾਲ ਇੰਗੇਜ ਹੋਣ ਦਾ ਇਸ ਮੌਕੇ ਨਾਰਥ ਅਮਰੀਕਾ ਦੇ ਵਿੱਚੋਂ ਵੱਖ-ਵੱਖ ਸਿੱਖ ਆਰਗੇਨਾਈਜੇਸ਼ਨਸ ਨੇ ਸ਼ਿਰਕਤ ਕੀਤੀ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਸੰਸਥਾ ਵੱਲੋਂ ਕਿਹੜੇ-ਕਿਹੜੇ ਕੰਮ ਕੀਤੇ ਜਾ ਰਹੇ ਹਨ It's a pleasure to be part of this Sikh Professional Conference today in Toronto. So we are technically a community partner for this organization. We have worked with this organization before also. In this great first venture, we are showcasing how SHDF is supporting Sikh community in Punjab, in India technically speaking. So we are giving scholarships for last 18 years to Punjabi students. ਜਿਹੜੇ ਆਪਣੇ ਪੰਜਾਬੀ ਬੱਚੇ ਨੇ ਪੜ੍ਹਨਾ ਲਿਖਣਾ ਅੱਗੇ ਚਾਹੁੰਦੇ ਨੇ ਪਲੱਸ 2 ਤੋਂ ਬਾਅਦ ਕਾਲਜ ਜਾਣਾ ਚਾਹੁੰਦੇ ਨੇ ਲੇਕਿਨ ਉਹਨਾਂ ਕੋਲ ਪੈਸੇ ਨਹੀਂ ਹੈਗੇ ਘਰੋਂ ਗਰੀਬ ਨੇ ਬਹੁਤ ਗਰੀਬ ਤੋਂ ਵੀ ਗਰੀਬ ਨੇ ਕਈ ਬੱਚੇ ਉਹਨਾਂ ਕੋਲ ਰੋਟੀ ਖਾਣ ਦੇ ਪੈਸੇ ਵੀ ਨਹੀਂ ਹੈਗੇ ਪਰ ਉਹਨਾਂ ਦੇ ਮਨ ਵਿੱਚ ਚਾਹ ਹੈਗੀ ਹੈ ਉਹ ਪੜ੍ਹਨਾ ਚਾਹੁੰਦੇ ਨੇ ਅੱਗੇ ਪਲੱਸ 2 ਕਰਕੇ ਸੋ ਐਨੀਬਡੀ ਗੋਇੰਗ ਟੂ ਪ੍ਰੋਫੈਸ਼ਨਲ ਕਾਲਜ ਇੰਜੀਨੀਅਰਿੰਗ ਮੈਡੀਕਲ ਨਰਸਿੰਗ ਐਗਰੀਕਲਚਰ ਅਤੇ ਅਸੀਂ ਉਹਨਾਂ ਬੱਚੇ ਦੀ ਸਪੋਰਟ ਕਰਦੇ ਹਾਂ ਸਕਾਲਰਸ਼ਿਪ ਭੇਜਦੇ ਹਾਂ ਅਤੇ ਪਿਛਲੇ 18 ਸਾਲਾਂ 'ਚ ਅਸੀਂ ਤਕਰੀਬਨ 5,700 scholarship ਅਸੀਂ ਬੱਚੇ ਨੂੰ ਦੇ ਚੁੱਕੇ ਹੈਗੇ ਹਾਂ It was started with 7 or 8 members. I was fortunate enough, I was one of them. And we started that funds from America should go to Punjab and other parts for underprivileged students. Those students who are brilliant, they have got opportunity for post-graduation but cannot afford because of lack of funds, because of disability of the parents or poor parents. So we decided that we will fund them because for any community, education is the most important. If education, then whole world is for you. So under that we started and we are very pleased that there are many years now, there are hundreds of students got advantage out of it. And we will continue funding that program. And I wish that a lot of people should participate in this. It's a noble job. ਮੈਂ ਚਾਹੁੰਦੀ ਹਾਂ ਕਿ ਜਿਹੜਾ ਗੁਰਸਿੱਖੀ ਦਾ ਜਿਹੜਾ ਮੇਨ ਸਾਡਾ ਪ੍ਰਿੰਸੀਪਲ ਹੈ ਸੇਵਾ ਸਿਮਰਨ ਔਰ ਕਿਰਤ ਕਮਾਈ ਇਹ ਜਿਹੜਾ ਜਿਸ ਤਰ੍ਹਾਂ ਦੇ ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਅਗਰ ਇਹ ਡੇਕੋਰ ਕਰਦੀਆਂ ਤੇ ਉਹਦਾ ਜਿਹੜਾ ਇੰਪੈਕਟ ਹੈ ਉਹ ਜ਼ਿਆਦਾ ਪੈਂਦਾ ਹੈ ਬੱਚਿਆਂ 'ਤੇ ਵੀ ਫੈਮਿਲੀ 'ਤੇ ਵੀ ਇੱਕ ਤਾਂ ਇੱਕ ਨਾਲ ਮੋਟੀਵੇਸ਼ਨ ਮਿਲਦਾ ਹੈ ਕਿ ਇੱਕ ਇੰਨੀ ਹਾਈ ਲੈਵਲ ਦੀ ਆਰਗੇਨਾਈਜੇਸ਼ਨ ਹੈ ਦੇ ਆਰ ਗੈਟਿੰਗ ਇਨਟੂ ਇਟ ਕਿ ਸਿੱਖੀ ਦਾ ਕਿਸ ਤਰ੍ਹਾਂ ਅਸੀਂ ਪ੍ਰਮੋਟ ਕਰ ਸਕਦੇ ਹਾਂ ਕਿਸ ਤਰ੍ਹਾਂ ਪ੍ਰਿੰਸੀਪਲਸ ਨੂੰ ਪ੍ਰਮੋਟ ਕਰ ਸਕਦੇ ਹੋ ਆਈ ਥਿੰਕ ਦਿਸ ਇਜ਼ ਵੈਰੀ ਸਕਸੈਸਫੁਲ ਇਵੈਂਟ ਐਂਡ ਆਈ ਫੀਲ ਵੈਰੀ ਪ੍ਰਾਊਡ ਟੂ ਬੀ ਪਾਰਟ ਆਫ ਦਿਸ SHDF is all about female empowerment and 75% of the scholarships actually go to women. So to see Karan here is absolutely wonderful. One scholarship doesn't just impact one woman, but it impacts her family and the entire community. So to be part of SHDF makes me very proud. To meet Karan today is such a highlight for me. And SHDF is doing amazing things. We're talking about women's empowerment, and here it is right here. This is women's empowerment and what it looks like. And absolutely, we need to see more organizations supporting our women.
ਸਿੱਖ ਕੋalition ਇੱਕ ਸੰਸਥਾ ਹੈਗੀ ਹੈ ਜੋ ਸਿੱਖਾਂ ਦੇ ਹੱਕਾਂ ਲਈ ਲੜਦੀ ਹੈਗੀ ਹੈ ਯੂਨਾਈਟਿਡ ਸਟੇਟਸ ਵਿੱਚ। ਅਸੀਂ ਜ਼ਿਆਦਾਤਰ ਅਮਰੀਕਾ ਵਿੱਚ ਹੀ ਕੰਮ ਕਰਦੇ ਹੈਗੇ ਹਾਂ ਅਤੇ ਸਾਡਾ ਇਹੀ ਮਕਸਦ ਹੈਗਾ ਹੈ ਕਿ ਹਰ ਇੱਕ ਬੱਚਾ ਸਿੱਖ ਬੱਚਾ ਯੂਨਾਈਟਿਡ ਸਟੇਟਸ ਵਿੱਚ ਉਹ ਅੱਗੇ ਜਾ ਕੇ ਉਹਨਾਂ ਨੂੰ ਕਦੀ ਇਹ ਨਾ ਲੱਗੇ ਅਤੇ ਮੈਂ ਆਪਣੀ ਸਿੱਖੀ ਦੇ ਕਾਰਨ ਇਹ ਨਹੀਂ ਕਰ ਸਕਦੀ, ਆਪਣੀ ਸਿੱਖੀ ਦੇ ਕਾਰਨ ਉਹ ਨਹੀਂ ਕਰ ਸਕਦੀ। that we should be able to live our true potential in the United States. So ਸਾਡੇ ਹੱਕ ਕੀ ਹੈਗੇ ਨੇ ਅਤੇ ਅਸੀਂ ਉਹ ਕਿੱਦਾਂ ਹਾਸਲ ਕਰ ਸਕਦੇ ਹੈਗੇ ਹਾਂ। ਸੋ ਕਾਨੂੰਨੀ ਤੌਰ 'ਤੇ ਪਾਲਿਸੀ ਤੌਰ 'ਤੇ ਐਜੂਕੇਸ਼ਨ, ਕਮਿਊਨਿਟੀ ਡਿਵੈਲਪਮੈਂਟ, ਕਮਿਊਨਿਟੀ ਐਮਪਾਵਰਮੈਂਟ, ਮੀਡੀਆ ਦੇ ਰਾਹੀਂ ਅਸੀਂ ਆਪਣੇ ਹੱਕ ਲਈ ਲੜਦੇ ਹੈਗੇ ਹਾਂ ਅਤੇ ਸਾਡੀ ਇਹੀ ਕੋਸ਼ਿਸ਼ ਹੈਗੀ ਹੈ ਅੱਗੇ ਜਾ ਕੇ everyone understands who a Sikh is and is also excited and privileged to be with know the Sikh community. United Sikhs is an international NGO which is affiliated to the United Nations, and it basically works in the field of humanitarian aids. So it works in the humanitarian aid wherever there is a disaster, we're the first one to reach there. Like and even there is some discrimination is going on, we are the one to reach there also. Like in India right now there is 3,000 families displaced in the Shillong, so we are there to help them out. We are fighting their legal cases also there, and right now in Brampton, in Toronto also there was a student fight few weeks back there, and we have conducted some seminars about that. We have taken into other partners also on the field, and like MPPs and everybody was participated in that seminar. So these kind of activities we take care. ਸਿੱਖ ਪ੍ਰੋਫੈਸ਼ਨਲਸ ਕਨਵੈਨਸ਼ਨ ਦਾ ਮਿਸ਼ਨ ਹੈ ਸਾਂਝ, ਸੂਰਤ, ਸਿੱਖਿਆ ਅਤੇ ਸਰਮਾਇਆ ਲਈ ਸਿੱਖ ਪ੍ਰੋਫੈਸ਼ਨਲਸ ਨੂੰ ਸਾਲਾਨਾ ਮੌਕਾ ਪ੍ਰਦਾਨ ਕਰਨਾ ਤਾਂ ਜੋ ਕਮਿਊਨਿਟੀ ਦੇ ਵਿਕਾਸ ਲਈ ਉਹਨਾਂ ਦੀ ਯੋਗਤਾ ਨੂੰ ਹੋਰ ਵਧਾਇਆ ਜਾ ਸਕੇ। ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਜੇ ਤੁਸੀਂ ਵੀ ਇਸ ਸੰਬੰਧੀ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.tv ਤੇ। ਅਗਲੇ ਹਫਤੇ ਅਸੀਂ ਮੁੜ ਤੋਂ ਹਾਜ਼ਰ ਹੋਵਾਂਗੇ ਇੱਕ ਨਵੇਂ ਮਹਿਮਾਨ ਅਤੇ ਇੱਕ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।